ਕਾਲਜ ਦਾ ਜੀਵਨ ਛੱਡਿਆ ਤੇ ਇੱਕ ਸੰਘਰਸ਼ ਦੇ ਨਾਲ ਜੁੜਿਆ ਤਾਂ ਉਦੋਂ ਵੀ ਮੇਰੀ ਪ੍ਰੇਰਨਾ ਦਾ ਸਰੋਤ ਗਦਰੀ ਬਾਬੇ ਹੀ ਸੀ। ਮੈਨੂੰ ਯਾਦ ਆ 1967 ਚ ਅਸੀਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਪੜ੍ਹਦੇ ਸੀ। ਉਦੋਂ ਮੈਂ ਫਸਟ ਈਅਰ ਸੀ। ਅਸੀਂ ਇੱਕ ਸਮਾਗਮ ਕਰਵਾਇਆ ਤੇ ਉਸ ਦੇ ਵਿੱਚ ਬਾਬਾ ਸੋਹਣ ਸਿੰਘ ਭਾਕਣਾ ਜਿਹੜੇ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਸੀ, ਜਿਹੜੇ ਬਹੁਤ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਰਹੇ, ਉਹਨਾਂ ਨੂੰ ਉੱਥੇ ਬੁਲਾਇਆ। ਉਦੋਂ ਉਹਨਾਂ ਦੀ ਉਮਰ 98 ਸਾਲ 97 ਜਾਂ 98 ਸਾਲ ਦੀ ਉਮਰ ਸੀ। ਕਮਰ ਜਿਹੜੀ ਸੀ ਝੁਕ ਕੇ ਬਿਲਕੁਲ ਦੂਰੀ ਹੋਈ ਪਈ ਸੀ, ਜਿਵੇਂ 90 ਡਿਗਰੀ ਦੇ ਕੋਣ ਤੇ। ਬੜੀ ਮੁਸ਼ਕਲ ਨਾਲ ਸਟੇਜ ਤੇ ਬੈਠੇ ਬੋਲੇ। ਉਹਨਾਂ ਨੇ ਆਪਣੀ ਜੀਵਨ ਦੀਆਂ ਕੁਝ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਤਾਂ ਕਿਸੇ ਨੇ ਬਾਬਾ ਜੀ ਤੋਂ ਸਵਾਲ ਪੁੱਛਿਆ ਕਿ ਬਾਬਾ ਜੀ, ਜਿਸ ਆਜ਼ਾਦੀ ਲਈ ਤੁਸੀਂ ਲੜੇ, ਇੰਨੇ ਕਸ਼ਟ ਝੱਲੇ, ਤਸੀਹੇ ਝੱਲੇ, ਕੀ ਤੁਸੀਂ ਸਮਝਦੇ ਹੋ ਵੀ ਹੁਣ ਹਿੰਦੁਸਤਾਨ ਦੇ ਵਿੱਚ ਉਹ ਆਜ਼ਾਦੀ ਆ ਗਈ ਹੈ? ਜਿਸ ਮਨੋਰਥ ਵਾਸਤੇ ਤੁਸੀਂ ਆਪਣੀਆਂ ਜਵਾਨੀਆਂ, ਆਪਣੀਆਂ ਜ਼ਿੰਦਗੀਆਂ ਦਾਅ ਤੇ ਲਾਤੀਆਂ, ਅੱਜ ਜੋ ਕੁਝ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ 'ਚ, ਕੀ ਤੁਸੀਂ ਸਮਝਦੇ ਹੋ ਕਿ ਤੁਹਾਡੇ ਜੋ ਸੁਪਨੇ ਸੀ ਉਹ ਪੂਰੇ ਹੋ ਗਏ? ਬਾਬਾ ਸੋਹਣ ਸਿੰਘ ਭਾਕਣਾ ਦਾ ਜਵਾਬ ਬੜਾ ਜ਼ਬਰਦਸਤ ਸੀ। ਉਹ ਕਹਿੰਦਾ, ਮੇਰੀ ਜਿਹੜੀ ਕਮਰ ਝੁਕੀ ਹੈ ਨਾ, ਇਹ ਅੰਗਰੇਜ਼ਾਂ ਦੇ ਜ਼ੁਲਮਾਂ ਨੇ ਨਹੀਂ ਝੁਕਾਈ, ਇਹ ਸਾਡੇ ਦੇਸ਼ ਦੇ ਹਾਕਮਾਂ ਦੇ ਜ਼ੁਲਮਾਂ ਨੇ ਝੁਕਾਈ। ਉਹਨਾਂ ਨੇ ਅੱਖਾਂ 'ਚ ਅੱਥਰੂ ਆ ਗਏ ਸੀ। ਗੱਲ ਕਹਿੰਦੇ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਮੈਨੂੰ ਬਾਰ-ਬਾਰ ਜੇਲ੍ਹ ਜਾਣਾ ਪਿਆ। ਜੇਲ੍ਹਾਂ 'ਚ ਉਹੀ ਤਸੀਹੇ, ਉਹੀ ਭੁੱਖ ਹੜਤਾਲਾਂ। ਸੋ ਇਹ ਆਜ਼ਾਦੀ ਵਾਸਤੇ ਅਸੀਂ ਨਹੀਂ ਸੀ ਲੜੇ। ਸਾਡੇ ਮਨ 'ਚ ਆਜ਼ਾਦੀ ਦਾ ਨਕਸ਼ਾ ਹੋਰ ਸੀ। ਇਹ ਗੱਲ ਸਾਰੀ ਗੁੱਥੀ ਨੂੰ ਸੁਲਝਾ ਸਕਦੀ ਹੈ। ਕਹਿ ਰਹੇ ਨੇ ਕਿ ਬਾਬੇ ਤਾਂ ਦੇਸ਼ ਦੀ ਆਜ਼ਾਦੀ ਵਾਸਤੇ ਲੜੇ ਸੀ, ਧਰਮ ਵਾਸਤੇ ਨਹੀਂ ਸੀ ਲੜੇ। ਦੇਸ਼ ਦੀ ਆਜ਼ਾਦੀ ਵਾਸਤੇ ਹੋਰ ਵੀ ਲੋਕ ਲੜ ਰਹੇ ਸੀ, ਪਰ ਉਹ ਦੇਸ਼ ਦੀ ਆਜ਼ਾਦੀ ਦਾ ਮਨ 'ਚ ਨਕਸ਼ਾ ਕੀ ਸੀ? ਜਦੋਂ ਕੋਈ ਬੰਦਾ ਲੜਦਾ ਹੈ ਤਾਂ ਉਹਦੇ ਮਨ 'ਚ ਇੱਕ ਨਕਸ਼ਾ ਹੁੰਦਾ, ਮੈਂ ਕਿਹੋ ਜਿਹਾ ਸਮਾਜ, ਕਿਹੋ ਜਿਹਾ ਰਾਜ ਸਿਰਜਣਾ ਹੈ। ਉਹ ਨਕਸ਼ਾ ਜਿਹੜਾ ਉਹ ਮਾਂ ਦੀ ਗੋਦ 'ਚੋਂ ਕਿਤੇ ਨਾ ਕਿਤੇ ਗ੍ਰਹਿਣ ਕਰਦਾ, ਬਾਅਦ 'ਚ ਪੜ੍ਹਦਾ ਹੈ, ਬੁੱਧੀ ਪ੍ਰਫੁੱਲਤ ਹੁੰਦੀ ਹੈ, ਉਹ ਹੋਰ ਨਿਖਰਦਾ, ਸਪਸ਼ਟ ਹੁੰਦਾ ਹੈ। ਸਿੱਖ ਦੀ ਵਿਸ਼ੇਸ਼ਤਾ ਇਹ ਹੈ ਕਿ ਉਹਨੇ ਬਚਪਨ ਤੋਂ ਹੀ ਜੋ ਕੁਝ ਸੁਣ ਚੁੱਕਿਆ ਹੁੰਦਾ ਹੈ, ਗੁਰੂਆਂ ਦੇ ਕਾਰਨਾਮਿਆਂ ਤੋਂ ਲੈ ਕੇ ਸਾਰਾ ਸਿੱਖ ਇਤਿਹਾਸ, ਤਾਂ ਉਹਦੇ ਮਨ 'ਚ ਇੱਕ ਗੱਲ ਅੰਕਿਤ ਹੋ ਚੁੱਕੀ ਹੁੰਦੀ ਹੈ ਕਿ ਇੱਕ ਅਜਿਹਾ ਸਮਾਜ ਤੇ ਰਾਜ ਕਾਇਮ ਕੀਤਾ ਜਾਵੇ ਜਿੱਥੇ ਕਿਸੇ ਵੀ ਕਿਸਮ ਦਾ ਜ਼ੁਲਮ ਤੇ ਬੇਇਨਸਾਫੀ ਨਾ ਹੋਵੇ। ਇਕੱਲੇ ਆਪਣੇ ਨਾਲ ਨਹੀਂ, ਕਿਸੇ ਨਾਲ ਵੀ ਨਹੀਂ। ਤੇ ਗੁਰੂਆਂ ਨੇ ਇੱਕ ਉਦਾਹਰਨ ਸੈੱਟ ਕੀਤੀ ਸੀ। 9ਵੇਂ ਪਾਤਸ਼ਾਹ ਨੂੰ ਸ਼ਹੀਦੀ ਦੇਣੀ ਕਿਉਂ ਪਈ? ਇਹ ਨਹੀਂ ਕਿ ਸਿੱਖਾਂ ਉੱਤੇ ਕੋਈ ਹਮਲਾ ਹੋ ਰਿਹਾ ਸੀ, ਕਿਸੇ ਦੂਸਰੇ ਉੱਤੇ ਹੋ ਰਹੇ ਹਮਲੇ ਨੂੰ, ਕਿਸੇ ਦੂਸਰੇ ਨਾਲ ਹੋ ਰਹੀ ਬੇਇਨਸਾਫੀ ਨੂੰ, ਉਹਦੇ ਉੱਤੇ ਵੀ ਕੋਈ ਬੰਦਾ ਸੀਸ ਦੇ ਸਕਦਾ ਹੈ। ਕਈ ਕੌਮਾਂ ਨੂੰ ਇਹ ਗੱਲ ਯਕੀਨ ਨਹੀਂ ਆਉਂਦਾ, ਕਿਉਂਕਿ ਉਹਨਾਂ ਦੀ ਜਿਹੀ ਨਾ ਸੋਚ ਹੈ, ਨਾ ਪਰੰਪਰਾ ਹੈ। ਉਹਨਾਂ ਨੇ ਇਹ ਕੰਮ ਨਹੀਂ ਕੀਤੇ। ਉਹ ਸਿਰਫ ਆਪਣੇ ਵਾਸਤੇ ਲੜਨਾ ਜਾਣਦੇ, ਆਪਣੇ ਸਵਾਰਥ ਲਈ ਲੜਨਾ ਜਾਣਦੇ। ਸੋ ਦੇਸ਼ ਦੀ ਆਜ਼ਾਦੀ ਦਾ ਜਦੋਂ ਗੱਲ ਆਉਂਦੀ ਸੀ, ਦੇਸ਼ ਦੀ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ, ਉਹਦੇ 'ਚ ਇੱਕ ਵਰਗ ਤਾਂ ਇਸ ਕਰਕੇ ਹਿੱਸਾ ਲੈ ਰਿਹਾ ਸੀ ਆਪਣੇ ਸਵਾਰਥ ਵਿੱਚੋਂ ਕਿ ਅੰਗਰੇਜ਼ਾਂ ਨੂੰ ਕੱਢ ਕੇ ਅਸੀਂ ਆਪਣੇ ਹੱਥ 'ਚ ਤਾਕਤ ਲੈਣੀ। ਗਦਰੀ ਬਾਬੇ ਕਿਸੇ ਹੋਰ ਵੱਡੇ ਮਿਸ਼ਨ ਨੂੰ ਧਿਆਨ 'ਚ ਰੱਖ ਕੇ, ਇੱਕ ਵੱਡੀ ਸੋਚ ਨੂੰ ਧਿਆਨ 'ਚ ਰੱਖ ਕੇ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਸੀ। ਸੋ ਜਿਹੜੇ ਬੰਦੇ ਇਹ ਕਹਿ ਦਿੰਦੇ ਨੇ ਉਹ ਵੀ ਦੇਸ਼ ਦੀ ਆਜ਼ਾਦੀ ਲਈ ਲੜੇ, ਉਹ ਵੀ ਦੇਸ਼ ਦੀ ਆਜ਼ਾਦੀ ਲਈ ਲੜੇ, ਦੋਹਾਂ 'ਚ ਬਹੁਤ ਵੱਡਾ ਫਰਕ ਸੀ। ਜਿਹੜੇ ਆਪਣੇ ਸਵਾਰਥ ਲਈ ਆਜ਼ਾਦੀ ਲਈ ਲੜੇ, ਉਹਨਾਂ ਦੀਆਂ ਮੁੜ ਕੇ ਕਮਰਾਂ ਦੂਰੀਆਂ ਨਹੀਂ ਹੋਈਆਂ ਜੇਲ੍ਹਾਂ 'ਚ ਆ ਕੇ। ਉਹ ਜੇਲ੍ਹਾਂ ਦੇ ਦਰੋਗੇ ਬਣੇ, ਜੇਲ੍ਹਾਂ ਦੇ ਹਾਕਮ ਬਣੇ, ਉਹ ਜ਼ੁਲਮ ਕਰਨ ਵਾਲੇ ਬਣੇ। ਤੇ ਗਦਰੀ ਬਾਬਿਆਂ ਦਾ ਤੁਸੀਂ ਸਾਰਾ ਇਤਿਹਾਸ ਪੜ੍ਹ ਲਓ, ਉਹ 1947 ਤੋਂ ਬਾਅਦ ਘਰੇ ਨਹੀਂ ਬੈਠੇ। ਜਿਹੜਾ ਮਨ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਉਹਨਾਂ ਨੂੰ ਮਨੋਰਥ ਜਾਂ ਇੱਕ ਆਦਰਸ਼ ਪੈ ਗਿਆ ਕਿ ਹਰ ਕਿਸਮ ਦੇ ਜ਼ੁਲਮ ਤੇ ਬੇਇਨਸਾਫੀ ਖਿਲਾਫ ਟੱਕਰ ਲੈਣੀ ਹੈ, ਉਹ ਲਗਾਤਾਰ ਉਹ ਟੱਕਰ ਲੈਂਦੇ ਰਹੇ। ਸੋ ਇਹ ਜਿਹੜੀ ਗੱਲ ਹੈ ਸਭ ਤੋਂ ਮਹੱਤਵਪੂਰਨ, ਜਦੋਂ ਅਸੀਂ ਬਾਬਾ ਸੋਹਣ ਸਿੰਘ ਭਾਕਣਾ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਸਾਡੇ ਮਨ 'ਚ ਇੱਕਦਮ ਇਹ ਗੱਲ ਉੱਠੀ ਕਿ ਜੇ ਇਹਨਾਂ ਦੇ ਸੁਪਨੇ ਅਜੇ ਪੂਰੇ ਨਹੀਂ ਹੋਏ ਤਾਂ ਅਸੀਂ ਨੌਜਵਾਨ ਕੀ ਕਰ ਰਹੇ ਹਾਂ? ਫਿਰ ਅਸੀਂ ਲੜੀਏ, ਅਸੀਂ ਚੱਲੀਏ, ਇਹਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰੇ ਕਰੀਏ। ਉਸ ਮੌਕੇ ਸਾਡੀ ਜਿੰਨੀ ਕੁ ਬੁੱਧੀ ਸੀ, ਜਿੰਨੀ ਕੁ ਮੱਤ ਸੀ, ਉਸ ਮੌਕੇ ਜਿਹੜੀ ਲਹਿਰ ਜ਼ੁਲਮ ਦੇ ਖਿਲਾਫ ਟੱਕਰ ਲੈ ਰਹੀ ਸੀ, ਨਕਸਲਵਾੜੀ ਲਹਿਰ,
ਅਸੀਂ ਉਹਦੇ ਵਿੱਚ ਸ਼ਾਮਲ ਹੋ ਗਏ। ਹੁਣ ਅਸੀਂ ਘਰਾਂ ਦੇ ਵਿੱਚੋਂ ਬਚਪਨ ਤੋਂ ਲੈ ਕੇ ਇਹੀ ਪ੍ਰੇਰਨਾ ਗੁਰੂਆਂ ਦੀ ਲੈ ਕੇ ਚੱਲ ਰਹੇ ਸੀਗੇ। ਸਾਨੂੰ ਉਸ ਮੌਕੇ ਨਹੀਂ ਸੀ ਲੱਗਦਾ ਕਿ ਸਿੱਖੀ ਤੇ ਕਮਿਊਨਿਜ਼ਮ ਦੇ ਵਿੱਚ ਕੋਈ ਟਕਰਾਅ ਹੈ। ਸਾਨੂੰ ਇਹ ਲੱਗਦਾ ਸੀ ਕਿ ਜੋ ਗੁਰਸਿੱਖੀ ਕਹਿੰਦੀ ਹੈ ਉਹੀ ਕੁਝ ਕਮਿਊਨਿਸਟ ਕਹਿੰਦੇ ਨੇ। ਚਲੋ ਲਹਿਰ ਦੇ ਵਿੱਚ ਸ਼ਾਮਲ ਹੋਏ। 1984 ਦਾ ਸਾਕਾ ਵਾਪਰਿਆ ਤਾਂ ਉਸ ਮੌਕੇ ਅਸੀਂ ਖੁਦ ਅੰਦਰੋਂ ਦੇਖਿਆ ਕਿ ਉਹ ਬੰਦੇ ਜਿਨ੍ਹਾਂ ਨੂੰ ਅਸੀਂ ਇਹ ਸਮਝਦੇ ਸੀ ਕਿ ਸਿੱਖੀ ਤੇ ਕਮਿਊਨਿਸਟ ਇੱਕੋ ਗੱਲ ਹੈ, ਉਹਨਾਂ ਦੇ ਮਨਾਂ 'ਚ ਧਰਮ ਪ੍ਰਤੀ, ਖਾਸ ਕਰਕੇ ਸਿੱਖੀ ਪ੍ਰਤੀ ਕਿੰਨੀ ਨਫ਼ਰਤ ਪਈ ਸੀ। ਤੇ ਉਹ ਜਾ ਕੇ ਉਹਨਾਂ ਲੋਕਾਂ ਨਾਲ ਖੜ ਗਏ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤੇ ਸਿੱਖਾਂ ਦੇ ਉੱਤੇ ਜ਼ੁਲਮ ਕਰ ਰਹੇ ਸੀ। ਸੋ ਕਿਸੇ ਮੌਕੇ ਜਾ ਕੇ ਬੰਦੇ ਦੀਆਂ ਅੱਖਾਂ ਖੁੱਲ੍ਹਦੀਆਂ, ਕਈ ਵਾਰ ਭੁਲੇਖੇ ਪਏ ਰਹਿੰਦੇ ਨੇ। ਸੋ 84 ਦੀ ਘਟਨਾ ਨੇ ਮੇਰਾ ਇਹ ਭੁਲੇਖਾ ਤੋੜਿਆ। ਮੇਰੇ ਮਨ 'ਚ ਬਚਪਨ ਦੇ ਕਿਤੇ ਸੰਸਕਾਰ ਪਏ ਸੀ, ਮੁੜ ਸਿੱਖੀ ਵੱਲ ਆਏ ਤਾਂ ਦੇਖਿਆ ਇਹ ਹੁਣ ਜਦੋਂ ਗਦਰ ਪਾਠ ਦੀ ਸ਼ਤਾਬਦੀ ਦੀ ਗੱਲ ਚੱਲੀ ਤਾਂ ਮੈਂ ਕਿਉਂਕਿ ਵਿੱਚ ਰਿਹਾ, ਮੈਨੂੰ ਤਜਰਬਾ ਹੈ ਉਹਨਾਂ ਲੋਕਾਂ ਦੀ ਸੋਚ ਕੀ ਹੈ, ਉਹਨਾਂ ਦੀ ਮਾਨਸਿਕਤਾ ਕੀ ਹੈ, ਉਹ ਕਿਸ ਕਿਸਮ ਦੇ ਹੱਥ ਕੰਡੇ ਅਪਣਾਉਂਦੇ ਨੇ, ਇਤਿਹਾਸ ਨੂੰ ਕਿਸ ਤਰ੍ਹਾਂ ਵਿਗਾੜਿਆ ਜਾ ਸਕਦਾ ਹੈ। ਕਿਉਂਕਿ ਇਕੱਲੀ ਸਾਡੇ ਨਾਲ ਨਹੀਂ ਇਹ ਗੱਲ ਵਾਪਰੀ, ਦੁਨੀਆ ਦੇ ਵਿੱਚ ਜਦੋਂ ਵੀ ਕਿਸੇ ਇੱਕ ਕੌਮ ਨੇ ਦੂਜੀ ਕੌਮ ਨੂੰ ਗੁਲਾਮ ਬਣਾਉਣਾ ਹੈ ਤਾਂ ਪਹਿਲਾਂ ਉਹ ਤੋਂ ਇਤਿਹਾਸ ਖੋਹਦਾ ਹੁੰਦਾ, ਪਹਿਲਾਂ ਇਤਿਹਾਸ ਖੋਹਦਾ, ਫਿਰ ਵਰਤਮਾਨ 'ਚ ਉਹਦਾ ਗਲਬਾ ਪਾਉਂਦਾ ਹੈ। ਕਿਉਂਕਿ ਲੋਕਾਂ ਨੇ ਇਤਿਹਾਸ ਤੋਂ ਪ੍ਰੇਰਨਾ ਲੈਣੀ ਹੁੰਦੀ ਹੈ। ਸੋ ਇਤਿਹਾਸ ਦੀ ਸ਼ਕਲ ਵਿਗਾੜੀ ਜਾਂਦੀ ਹੈ। ਇਹ ਸਾਡੇ ਸਿੱਖ ਇਤਿਹਾਸ ਨਾਲ ਵੀ ਹੋਇਆ ਹੈ। ਅਸੀਂ ਦੇਖਦੇ ਹਾਂ ਕਿ ਜੋ ਇਤਿਹਾਸ ਲਿਖਿਆ ਗਿਆ ਉਹ ਪੂਰੀ ਸੱਚਾਈ ਨਹੀਂ, ਸੱਚੀਆਂ ਘਟਨਾਵਾਂ ਨੂੰ ਗਲਤ ਅਰਥ ਦਿੱਤੇ ਗਏ। ਇਸ ਤਰ੍ਹਾਂ ਦਾ ਜਦੋਂ ਮੇਰੇ ਮਨ ਦੇ ਵਿੱਚ ਆਈ ਕਿ ਗਦਰੀ ਬਾਬਿਆਂ ਦਾ ਅਸਲੀ ਇਤਿਹਾਸ ਦੇਖਿਆ ਜਾਵੇ। ਚੰਗੇ ਭਾਗਾਂ ਨੂੰ ਗੱਲ ਇਹ ਹੋਈ ਕਿ ਬਾਬੇ ਭਾਵੇਂ ਬਹੁਤਾ ਪੜ੍ਹੇ ਲਿਖੇ ਨਹੀਂ ਸੀ ਦੁਨਿਆਵੀ ਵਿੱਦਿਆ ਪੱਖੋਂ, ਪਰ ਉਹ ਲਗਾਤਾਰ ਲਿਖਦੇ ਰਹਿੰਦੇ ਸੀ ਕੁਛ ਨਾ ਕੁਛ ਆਪਦੇ ਮਨ ਦੇ ਬਲਬਲੇ। ਇਸ ਕਰਕੇ ਉਹਨਾਂ ਦੀਆਂ ਲਿਖਤਾਂ, ਜਿਹੜੀਆਂ ਬਾਬਿਆਂ ਦੀਆਂ ਆਪਣੀਆਂ ਲਿਖੀਆਂ ਹੋਈਆਂ ਲਿਖਤਾਂ, ਉਹ ਕਾਫੀ ਮਿਲ ਗਈਆਂ। ਕਿਤੇ ਲਾਇਬ੍ਰੇਰੀਆਂ 'ਚ ਪਈਆਂ, ਕਿਤੇ ਕਿਸੇ ਕੋਲੇ ਪਰਸਨਲੀ ਰੱਖੀਆਂ ਪਈਆਂ ਸੀ। ਉਹ ਹੌਲੀ ਹੌਲੀ ਉਹਨਾਂ ਤੱਕ ਪਹੁੰਚ ਹੋਈ। ਜਦੋਂ ਲਿਖਤਾਂ ਦੇਖੀਆਂ ਤਾਂ ਹੈਰਾਨੀ ਹੋਈ ਕਿ ਇੰਨੀ ਵੱਡੀ ਪੱਧਰ ਦੇ ਉੱਤੇ ਬੇਈਮਾਨੀ ਹੋ ਸਕਦੀ ਹੈ। ਸਾਹਮਣੇ ਪਈਆਂ ਲਿਖਤਾਂ ਦੇ ਇੰਨਾ ਵਿਗਾੜ ਕੇ ਵੀ ਪੇਸ਼ ਕੀਤਾ ਜਾ ਸਕਦਾ ਹੈ। ਸਭ ਤੋਂ ਸਿਰੇ ਦੀ ਗੱਲ ਕਿ ਜਦੋਂ ਪਹਿਲੇ ਲਾਹੌਰ ਸਾਜ਼ਿਸ਼ ਕੇਸ 'ਚ ਪਹਿਲੇ ਮੁਕੱਦਮੇ ਦੇ ਵਿੱਚ 24 ਗਦਰੀਆਂ ਨੂੰ ਫਾਂਸੀ ਦੀ ਸਜ਼ਾ ਹੋਈ, ਜਿਨ੍ਹਾਂ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਸੀ। ਉਹਨਾਂ 24 ਗਦਰੀਆਂ ਨੇ ਰਲ ਕੇ ਇੱਕ ਕਵਿਤਾ ਲਿਖੀ ਕਿ ਕੌਮ ਨੂੰ ਜਾਂਦੇ ਹੋਏ ਸੰਦੇਸ਼ ਦੇ ਕੇ ਜਾਈਏ। ਦੁਨੀਆ ਦੇ ਇਤਿਹਾਸ 'ਚ ਹੋਰ ਕਿਤੇ ਨਹੀਂ ਹੋਇਆ ਕਿ ਬੰਦੇ ਫਾਂਸੀ ਲੱਗਣ ਜਾ ਰਹੇ ਹੋਣ ਤੇ ਰਲ ਕੇ ਕਵਿਤਾ ਲਿਖ ਰਹੇ ਹੋ। ਕਿਉਂਕਿ ਜੋ ਤੁਸੀਂ ਰਲ ਕੇ ਲਿਖਦੇ ਹੋ ਤਾਂ ਆਪਣੀ ਹਸਤੀ, ਜਿਹੜੀ ਨਿੱਜੀ ਹਸਤੀ, ਮਿਟਾ ਕੇ ਲਿਖਦੇ। ਜਿੰਦੇ ਸੁੱਖੇ ਨੇ ਇਸ ਤਰ੍ਹਾਂ ਕੀਤਾ ਸੀ। ਜਿਹੜਾ ਖਤ ਲਿਖਿਆ ਸੀ ਉਹ ਦੋਹਾਂ ਦਾ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਸਾਡੀ ਸ਼ਹਾਦਤ ਇੱਕ ਜਿਸਮ ਵਾਂਗ ਹੋਏਗੀ, ਦੋ ਨਹੀਂ। ਇਸ ਹੱਦ ਤੱਕ ਆਪਦੀ ਹਸਤੀ ਮਿਟਾ ਦੇਣੀ ਇਹ ਗੁਰੂ ਦਾ ਸਿੰਘ ਹੀ ਕਰ ਸਕਦਾ, ਹੋਰ ਕੋਈ ਨਹੀਂ। ਦੁਨੀਆ ਦੇ ਬਹਾਦਰ ਹੋਰ ਵੀ ਬਹੁਤ ਹੋਏ ਆ, ਸੂਰਮੇ ਹੋਰ ਵੀ ਬਹੁਤ ਹੋਏ ਆ, ਫਾਂਸੀਆਂ ਤੇ ਵੀ ਚੜੇ ਆ, ਗੱਜ ਵੱਜ ਕੇ ਵੀ ਚੜੇ ਆ, ਪਰ ਨਾਲ ਆਪਦਾ ਨਾਂ ਹੈ। ਕਿਤੇ ਸ਼ੋਹਰਤ ਦੀ ਗੱਲ ਹੈ, ਆਪਣਾ ਨਾਂ ਚਮਕਾਉਣ ਦੀ ਕਿਤੇ ਨਾ ਕਿਤੇ ਮਨ 'ਚ ਲਾਲਸਾ ਹੈ। ਇਹਨਾਂ 24 ਗਦਰੀਆਂ ਨੇ ਰਲ ਕੇ ਕਵਿਤਾ ਲਿਖੀ ਤੇ ਉਹ ਕਵਿਤਾ ਗਾਉਂਦੇ ਹੋਈ ਚਲੋ ਆਖਰੀ ਮੌਕੇ ਤੇ ਜਾ ਕੇ ਜਦੋਂ ਕੋਠੜੀਆਂ ਖੋਲੀਆਂ ਸਵੇਰੇ ਫਾਂਸੀ ਦੇਣ ਵਾਸਤੇ ਤਾਂ ਵਾਇਸਰਾਏ ਦਾ ਹੁਕਮ ਆ ਗਿਆ ਕਿ 17 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਮਾਫ, ਸਿਰਫ 7 ਬੰਦੇ ਫਾਂਸੀ ਦਿੱਤੇ ਜਾਣਗੇ, ਜਿਨ੍ਹਾਂ 'ਚ ਕਰਤਾਰ ਸਿੰਘ ਸਰਾਭਾ ਵੀ ਸੀ, ਬਾਬਾ ਜਗਤ ਸਿੰਘ ਸੁਰ ਸਿੰਘ ਵੀ ਸੀ, ਵਿਸ਼ਨੂੰ ਗਣੇਸ਼ ਪਿੰਗਲੇ ਵੀ ਸੀ। ਸੋ ਉਹ ਕਵਿਤਾ ਗਾਉਂਦੇ ਹੋਏ ਫਾਂਸੀ ਤੇ ਚੜੇ। ਹੁਣ ਉਹ ਕਵਿਤਾ ਕੀ ਹੈ? ਤੁਸੀਂ ਸਕੂਲਾਂ ਦੇ ਵਿੱਚ ਸੁਣਿਆ ਹੋਊ ਕਵਿਤਾ, ਉਹ ਵਤਨ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ, ਖਾਤਰ ਦੇਸ਼ ਦੀ ਲੱਗੇ ਹਾਂ ਚੜਨ ਫਾਂਸੀ, ਇਸ ਰਸਤੇ ਤੁਸੀਂ ਵੀ ਆ ਜਾਣਾ। ਇਹ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਸਕੂਲਾਂ 'ਚ, ਪਰ ਇਹ ਕਵਿਤਾ ਸਿਰਫ ਇੰਨੀ ਨਹੀਂ ਸੀ। ਕਵਿਤਾ ਦੇ 13 ਬੰਦ ਸੀ, 13 ਚੋਂ ਸਿਰਫ 7 ਬੰਦ ਹੀ ਪ੍ਰਕਾਸ਼ਿਤ ਹੋਏ ਹੈ। 6 ਬੰਦ ਭਾਈ ਸੰਤੋਖ ਸਿੰਘ ਜਦੋਂ ਜਿਉਂਦੇ ਸੀ ਉਹਨਾਂ ਦੇ ਲੀਡਰ ਸੀਗੇ ਕਰਤਾ, ਪਰ ਆ 6 ਬੰਦ ਨਹੀਂ ਛਪੇ। ਮਤਲਬ ਸ਼ਹੀਦਾਂ ਦੇ ਨਾਲ ਇੰਨਾ
ਬੇਈਮਾਨੀ ਵੀ ਕੋਈ ਕਰ ਸਕਦਾ ਹੈ, ਇਦੋਂ ਵੱਡਾ ਪਾਪ ਕੋਈ ਨਹੀਂ ਹੋ ਸਕਦਾ। ਹੁਣ ਮੈਂ ਤੁਹਾਨੂੰ ਦੱਸਦਾ ਉਹ ਕਵਿਤਾ ਕਿਉਂ, ਉਸ ਕਵਿਤਾ ਤੋਂ ਡਰ ਕੀ ਲੱਗਦਾ ਇਹਨਾਂ ਨੂੰ। ਭਾਈ ਸੰਤੋਖ ਸਿੰਘ ਨੇ ਲਿਖਿਆ, ਉਸ ਕਵਿਤਾ ਤੇ ਟਿੱਪਣੀ ਲਿਖੀ, ਕਹਿੰਦਾ ਇਸ ਕਵਿਤਾ ਨੂੰ ਪੜ੍ਹ ਕੇ ਪਾਪੀਆਂ ਦੇ ਪਾਪ ਕੰਮਦੇ ਹਨ ਤੇ ਧਰਮੀਆਂ ਨੂੰ ਧਰਮ ਦੀ ਰੰਗਣ ਚੜ੍ਹਦੀ ਹੈ। ਸੋ ਇਹਨਾਂ ਦੇ ਕੋਈ ਪਾਪ ਕੰਮਦੇ ਆ, ਉਹ ਕਵਿਤਾ ਸੁਣ ਕੇ, ਉਹ ਕਵਿਤਾ ਅਸੀਂ ਛਾਪੀ ਹੈ, 1 ਸਾਲ ਹੋ ਗਿਆ, ਸਾਰਾ ਸਾਲ ਸਮਾਗਮ ਹੋਏ ਨੇ ਦੁਨੀਆ ਭਰ 'ਚ, ਉਹ ਕਵਿਤਾ ਇਹਨਾਂ ਦੇ ਮੂੰਹੋਂ ਕਿਤੇ ਨਹੀਂ ਨਿਕਲੀ, ਨਾ ਨਿਕਲ ਸਕਦੀ ਆ। ਮੈਂ ਅੱਜ ਕਹਿਣਾ ਇਹ ਉਹ ਕਵਿਤਾ ਨਹੀਂ ਪੜ੍ਹ ਸਕਦੇ। ਤੇ ਇਹ ਭਾਈ ਸੰਤੋਖ ਸਿੰਘ ਜਿਹੜਾ ਪਾਰਟੀ ਦਾ ਜਨਰਲ ਸਕੱਤਰ ਹੈ, ਉਹ ਕਹਿ ਰਿਹਾ ਵੀ ਉਹਨਾਂ ਦੀ ਕਵਿਤਾ ਉਹਨਾਂ ਨੇ ਲਿਖੀ ਹੈ, ਉਹਨੇ 1926 ਛਾਪੀ ਹੈ, ਜਦੋਂ ਬਾਬਾ ਸੋਹਣ ਸਿੰਘ ਭਾਕਣਾ ਜਿਉਂਦਾ ਹੈ, ਸਾਰੇ ਗਦਰੀ ਬਾਬੇ ਜਿਉਂਦੇ ਹੈ। ਔਥੈਂਟਿਕ ਹੈ ਕਵਿਤਾ। ਹੁਣ ਤੁਸੀਂ ਸੁਣ ਕੇ ਦੇਖੋ ਵੀ ਕਵਿਤਾ ਕੀ ਹੈ, ਨਾਲੇ ਇਹ 'ਚੋਂ ਇਹ ਪਤਾ ਲੱਗ ਜੂ ਕਿ ਗਦਰੀ ਬਾਬੇ ਕੌਣ ਸੀ, ਕਿਹੜੀ ਪ੍ਰੇਰਨਾ ਸੀ ਜਿਹੜੀ ਉਹਨਾਂ ਨੂੰ ਇਸ ਪਾਸੇ ਲੈ ਕੇ ਗਈ। ਸਾਰੀ ਕਵਿਤਾ 'ਚੋਂ ਇਹ ਲੱਗ ਰਿਹਾ ਹੈ ਜਿਵੇਂ ਗੁਰਬਾਣੀ ਦੀ ਰੂਹ ਝਲਕ ਰਹੀ ਹੈ, ਗੁਰਬਾਣੀ ਦਾ ਫਲਸਫਾ। ਕਵਿਤਾ ਸੁਣੋ, 6 ਬੰਦ ਜਿਹੜੇ ਲੁਕੋਏ ਗਏ ਨੇ। ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ। ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ। ਸਦਾ ਕੂੜਦੀ ਰਹੇ ਨਾ ਜ਼ਾਰ ਸ਼ਾਹੀ, ਜ਼ਾਰ ਸ਼ਾਹੀ ਹੁੰਦਾ ਹੈ ਹਕੂਮਤ। ਸਦਾ ਕੂੜਦੀ ਰਹੇ ਨਾ ਜ਼ਾਰ ਸ਼ਾਹੀ, ਸਦਾ ਜਾਬਰਾਂ ਹੱਥ ਤਲਵਾਰ ਨਹੀਂ। ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਕਤ ਕਿਸੇ ਦਾ ਯਾਰ ਨਹੀਂ। ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਹੀਂ। ਆ ਕਹਿ ਰਹੇ ਨੇ ਗਦਰੀ ਬਾਬੇ। ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ। ਇੱਕ ਸਿੱਖ ਜਦੋਂ ਸ਼ਹੀਦ ਹੁੰਦਾ ਹੈ, ਉਹ ਵਿਦਾ ਕਿਵੇਂ ਹੁੰਦਾ ਦੂਸਰਿਆਂ ਤੋਂ। ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ, ਅਸੀਂ ਆਪਣੀ ਆਪ ਨਿਭਾ ਦਿਆਂਗੇ। ਦੁੱਖ ਝੱਲਾਂਗੇ ਹੱਸ ਕੇ ਵਾਂਗ ਮਰਦਾ, ਨਾਲ ਖੁਸ਼ੀ ਦੇ ਸੀਸ ਲਗਾ ਦਿਆਂਗੇ। ਅਗਲਾ ਬੰਦ ਸੁਣੋ। ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਜਿਹੜੇ ਕਹਿੰਦੇ ਦੇਸ਼ ਵਾਸਤੇ ਮਰੇ, ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜੜ ਜ਼ੁਲਮ ਦੀ ਪੁੱਟ ਵਿਖਾ ਦਿਆਂਗੇ। ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ। ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ। ਕਿਸ ਸਪੇਟ 'ਚ ਜਾ ਰਹੇ ਨੇ। ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ। ਫਾਂਸੀ ਤੋਪ ਬੰਦੂਕ ਤੇ ਤੀਰ ਵਰਸ਼ੀ, ਕੱਟ ਸਕਦੀ ਨਹੀਂ ਤਲਵਾਰ। ਅਖੀਰਲਾ ਬੰਦ ਸੁਣੋ। ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ। ਤੁਫੰਗ ਹੁੰਦੀ ਹੈ ਗਨ, ਹਕੂਮਤ। ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ। ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਬਾਰੇ, ਦਿਸੇ ਚਮਕਦੀ ਨੇਕ ਮਿਸਾਲ ਸਾਨੂੰ। ਮਤਲਬ ਕਿੱਥੋਂ ਪ੍ਰੇਰਨਾ ਲੈ ਰਹੇ। ਇਹ ਗਦਰ ਪਾਰਟੀ ਦੇ ਹੀਰੇ ਹੈ ਜਿਹੜੇ ਲਿਖ ਰਹੇ ਨੇ। ਇਹ ਕੋਈ ਐਵੇਂ ਬੰਦਾ ਨਹੀਂ, ਕੋਈ ਆਮ ਬੰਦਾ। ਹੁਣ ਇਹ ਇੱਕ ਇਹੋ ਜਿਹੀ ਪ੍ਰਮਾਣਿਕ ਸਚਾਈ ਹੈ ਜਿਹਨੂੰ ਕੋਈ ਵੀ ਨਹੀਂ ਝੁਠਲਾ ਸਕਦਾ। 1926 ਤੋਂ ਲੈ ਕੇ 80 ਸਾਲਾਂ ਤੋਂ ਵੱਧ, 85 ਸਾਲ ਹੋ ਗਏ, ਇਹ ਕਵਿਤਾ ਟੋਟਲ ਗਾਇਬ ਹੋ ਗਈ। ਭਾਈ ਸੰਤੋਖ ਸਿੰਘ ਕਹਿੰਦਾ ਸੀ ਦੁਨੀਆ ਭਰ ਦੀਆਂ ਲਾਇਬ੍ਰੇਰੀਆਂ 'ਚ ਜਾਊਗੀ। ਉਹਨੂੰ ਕੀ ਪਤਾ ਸੀ ਵੀ ਇੰਨੇ ਬੇਈਮਾਨ ਲੋਕਾਂ ਨਾਲ ਵਾਹ ਪੈਣਾ ਵੀ ਉਹਨਾਂ ਨੇ ਆਪਦੀਆਂ ਲਾਇਬ੍ਰੇਰੀਆਂ 'ਚੋਂ ਗਾਇਬ ਕਰ ਦੇਣੀ ਹੈ। ਇਹ ਕਵਿਤਾ ਜਲੰਧਰ ਦੀ ਦੇਸ਼ ਭਗਤ ਯਾਦਗਾਰ ਲਾਇਬ੍ਰੇਰੀ 'ਚ ਪਈ ਹੈ। ਉਹ ਕਿਰਤੀ ਦਾ ਅੰਕ ਪਿਆ। ਇਹ ਛਪ ਚੁੱਕੀ ਹੈ ਹੁਣ ਤੱਕ ਕਿਤਾਬ ਦੇ ਵਿੱਚ ਪਿਛਲੇ 1 ਸਾਲ ਤੋਂ, ਪਰ ਤੁਸੀਂ ਕਿਸੇ ਸਮਾਗਮ ਦੇ ਵਿੱਚ ਇਹ ਕਵਿਤਾ ਨਹੀਂ ਸੁਣੋਗੇ। ਹੁਣ ਵੀ ਨਹੀਂ ਪੜ੍ਹਨੀ ਉਹਨਾਂ ਨੇ। ਕਿਉਂਕਿ ਇਹ 'ਚ ਧਰਮ ਦੀ ਗੱਲ ਆਉਂਦੀ ਹੈ। ਉਹ ਧਰਮ ਨਾਲ ਚਿੜ ਹੈ। ਮੈਂ ਕਹਿੰਦਾ ਜਦੋਂ ਬੰਦਾ ਕੋਈ ਸ਼ਹੀਦ ਹੋਣ ਜਾਂਦਾ ਉਦੋਂ ਝੂਠ ਨਹੀਂ ਬੋਲ ਸਕਦਾ। ਉਦੋਂ ਉਹ ਐਨ ਨਿਰਮਲ ਤੇ ਸੱਚੇ ਰੂਪ 'ਚ ਪ੍ਰਗਟ ਹੁੰਦਾ ਹੈ। ਉਦੋਂ ਉਹਦਾ ਅੰਦਰ ਬੋਲਦਾ, ਉਹ ਰੂਹ ਦੀਆਂ ਗਹਿਰਾਈਆਂ 'ਚੋਂ ਗੱਲ ਕਰਦਾ ਹੈ। ਇਹ ਕਵਿਤਾ ਰੂਹ ਦੀਆਂ ਗਹਿਰਾਈਆਂ 'ਚੋਂ ਲਿਖੀ ਹੋਈ ਹੈ। ਇਹ ਬਾਕੀ ਪਾਰਟੀਆਂ ਦੇ ਪ੍ਰੋਗਰਾਮ, ਅਸੂਲ, ਵਿਧਾਨ, ਇਹ ਤਾਂ ਸਭ ਉੱਪਰਲੀਆਂ ਦੀਆਂ ਗੱਲਾਂ ਹੁੰਦੀਆਂ। ਉਹ ਸਾਰਿਆਂ ਵਾਸਤੇ ਇੱਕੋ ਹੁੰਦੇ ਨੇ।
ਸੋ ਇਹ ਜਿਹੜੀ ਗੱਲ ਹੈ ਕਿ ਇਹ ਇੱਕ ਉਦਾਹਰਨ ਹੈ, ਇੱਕ ਨਮੂਨਾ ਹੈ ਵੀ ਇਸ ਤਰ੍ਹਾਂ ਵੀ ਹੋ ਸਕਦਾ ਵੀ ਜੇ ਇਹ ਯੋਧੇ ਉਹ ਆਪਣੇ ਫਾਂਸੀਆਂ ਤੇ ਲੱਗ ਗਏ, ਕਿਸ ਤਰ੍ਹਾਂ ਉਹ ਸ਼ਹੀਦੀਆਂ ਹੋਈਆਂ ਤੇ ਉਹਨਾਂ ਦੀ ਸੱਚਾਈ ਤੁਸੀਂ ਛੁਪਾਉਣ ਤੁਰ ਪਓ। ਇਹ ਤਾਂ ਨੈਤਿਕ ਤੌਰ ਤੇ ਦਿਵਾਲਾ ਨਿਕਲਣ ਵਾਲੀ ਗੱਲ ਹੈ। ਤੇ ਉਹ ਲੋਕ ਆਪਦੇ ਆਪ ਨੂੰ ਇਹ ਕਹਿਣ ਅਸੀਂ ਉਹਨਾਂ ਬਾਬਿਆਂ ਦੇ ਵਾਰਸ ਹਾਂ, ਉਹਨਾਂ ਗਾਦਰੀਆਂ ਦੇ, ਇਹ ਤਾਂ ਹੋਰ ਵੀ ਬੜੀ ਘਟੀਆ ਗੱਲ ਬਣਦੀ।